ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੋੜੀਏ। ਮਨ ਜੁੜ ਜਾਵੇਗਾ ਸਤਿਗੁਰਾਂ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰਬਾਣੀ ਦੇ ਨਾਲ। ਇਹ ਮਨ ਦੀਆਂ ਖੇਡਾਂ ਹਨ। ਦੁਨੀਆ ਦੇ ਵਿੱਚ ਜਦੋਂ ਦਾ ਇਸ ਸਰੀਰ ਵਿੱਚ ਮਨ ਆਇਆ ਹੈ, ਮਨ ਨੇ ਦੁਨੀਆ ਦੇ ਨਾਲ ਹੀ ਆਪਣਾ ਆਪਾ ਲਾ ਲਿਆ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਮਨ ਦੁਨੀਆ ਦੇ ਨਾਲ ਹੀ ਲੱਗਾ ਹੋਇਆ ਹੈ। ਮਨ ਵਾਹਿਗੁਰੂ ਜੀ ਨੂੰ, ਪਰਮਾਤਮਾ ਅਕਾਲ ਪੁਰਖ ਜੀ ਨੂੰ ਭੁੱਲ ਗਿਆ ਹੈ। ਭੁਲਾਉਣ ਵਾਲੇ ਵੀ ਵਾਹਿਗੁਰੂ ਜੀ ਆਪ ਹਨ। ਆਪ ਹੀ ਉਹਨਾਂ ਨੇ ਕਈਆਂ ਨੂੰ ਆਪਣੇ ਨੇੜੇ ਕੀਤਾ ਹੋਇਆ ਹੈ, ਕਈਆਂ ਨੂੰ ਦੂਰ ਕੀਤਾ ਹੋਇਆ ਹੈ। ਆਪ ਭੁਲਾਇਆ ਭੁਲਾਵਣ ਹਾਰੇ, ਰਾਹ ਚ ਰਹਿਓ ਬਿਰਥਾ ਵਿਵਹਾਰ। ਹੋਰ ਹੀ ਕੰਮਾਂ ਚ ਲਾ ਛੱਡਿਆ ਹੈ, ਆਪਣੇ ਤੋਂ ਦੂਰ ਕਰ ਛੱਡਿਆ ਹੈ। ਤਾਈਓਂ ਤੇ ਅਰਦਾਸ ਕਰੀਦੀ ਹੈ, ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ। ਨਾਮ ਦੀ ਦਾਤ ਬਖਸ਼ਿਸ਼ ਕਰੋ, ਸਿਮਰਨ ਇਹ ਮਨ ਕਰਨ ਲੱਗ ਪਵੇ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਅੱਜ 9ਵਾਂ ਹਿੱਸਾ ਹੈ, ਐਪੀਸੋਡ 9ਵਾਂ ਹੈ। ਥੋੜੇ ਕੁ ਦਿਨ ਮਨ ਕੀਤਾ ਹੈ, ਜਿੰਨਾ ਚਿਰ ਜ਼ਿੰਦਗੀ ਹੈ ਕਿਹਾ ਜਾਣਾ ਜਿੰਦੜੀਏ, ਸਾਹ ਆਵੇ ਕਿ ਨਾ ਆਵੇ ਰਾਮ। ਪੜ੍ਹਿਆ ਤੇ ਸਾਰੀ ਜ਼ਿੰਦਗੀ ਹੈ, ਪਰ ਹੁਕਮ ਹਨ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਜਿੰਨਾ ਚਿਰ ਬੁੱਝਾਂਗੇ ਨਹੀਂ ਉਹਨਾਂ ਚਿਰ ਭੇਦ ਨਹੀਂ ਮਿਲਦਾ। ਸਤਿਗੁਰੂ ਜੀ ਕੀ ਫਰਮਾਉਂਦੇ ਹਨ, ਕਿਵੇਂ ਦੁਨੀਆ ਤੇ ਰਹਿਣਾ ਹੈ, ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ, ਕਿਵੇਂ ਚੰਗੇ ਚੰਗੇ ਰਾਹ ਤੇ ਤੁਰਨਾ ਹੈ। ਕਿਉਂਕਿ ਦੋਵੇਂ ਰਾਹ ਹਨ ਦੁਨੀਆ ਤੇ, ਚੰਗਾ ਵੀ ਤੇ ਮਾੜਾ ਵੀ। ਦੁਨੀਆ ਇੱਕ ਦਰਖਤ ਵਾਂਗੂ ਹੈ, ਇਹਨੂੰ ਚੰਗਾ ਵੀ ਫਲ ਲੱਗਾ ਹੋਇਆ ਹੈ, ਮਾੜਾ ਵੀ ਲੱਗਾ ਹੋਇਆ ਹੈ। 84 ਲੱਖ ਜੂਨ ਵਿੱਚੋਂ ਹੋਰ ਕੋਈ ਜੂਨ ਐਸੀ ਨਹੀਂ ਜਿਹੜੀ ਚੁਣ ਸਕੇ। ਹਿਊਮਨ ਬੋਡੀ, ਮਾਨਸ ਜਨਮ ਐਸਾ ਹੈ, ਇਹਨੂੰ ਸਾਰਾ ਪਤਾ ਹੈ, ਆਹ ਚੰਗਾ ਹੈ, ਆਹ ਮਾੜਾ ਹੈ। ਗੁਰਬਾਣੀ ਦੇ ਹੁਕਮ ਹਨ, ਸੰਸਾਰ ਬਿਰਖ ਕਉ ਦੋਏ ਫਲ ਲਾਏ। ਦੋਵੇਂ ਫਲ ਵਾਹਿਗੁਰੂ ਜੀ ਨੇ ਲਾ ਦਿੱਤੇ ਹਨ ਸੰਸਾਰ ਰੂਪੀ ਦਰਖਤ ਨੂੰ, ਬੂਟੇ ਨੂੰ। ਅੰਮ੍ਰਿਤ ਵੀ ਹੈ, ਜ਼ਹਿਰ ਵੀ ਲੱਗਾ ਹੋਇਆ ਹੈ। ਚੰਗੇ ਕੰਮ ਵੀ ਹਨ, ਮਾੜੇ ਵੀ ਹਨ। ਤੇ ਗਿਆਨ ਵੀ ਦੇ ਦਿੱਤਾ ਹੈ, ਆਹ ਕੌੜਾ ਹੈ, ਆਹ ਮਿੱਠਾ ਹੈ, ਆਹ ਚੰਗਾ ਹੈ, ਆਹ ਮਾੜਾ ਹੈ। ਇਹ ਤੇਰੀ ਮਰਜ਼ੀ ਮਨਾ, ਤੂੰ ਜਿਹੜੇ ਪਾਸੇ ਮਰਜ਼ੀ ਜਾ। ਬਿਖ ਅੰਮ੍ਰਿਤ ਕਰਤਾਰ ਹੋ ਪਾਏ। ਇਹ ਵਾਹਿਗੁਰੂ ਜੀ ਨੇ ਆਪ ਹੀ ਪੈਦਾ ਕੀਤੇ ਹਨ। ਸੰਸਾਰ ਰੂਪੀ ਦਰਖਤ ਨੂੰ ਆਪ ਹੀ ਲਾ ਦਿੱਤੇ ਹਨ, ਚੰਗਾ ਤੇ ਮਾੜਾ, ਅੰਮ੍ਰਿਤ ਤੇ ਜ਼ਹਿਰ। ਬਿਖ ਅੰਮ੍ਰਿਤ ਕਰਤਾਰ ਹੋ ਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦੋਵੇਂ ਫਲ ਲੱਗੇ ਹੋਏ ਹਨ। ਤਾਈਓਂ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਹਿਬ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰੈਜ਼ੈਂਟ ਟਾਈਮ ਤੇ ਜੁਗੋ ਜੁਗਾ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕੁਰਬਾਨੀ ਚੰਗੇ ਪਾਸੇ ਜੁੜਨ ਵਾਸਤੇ ਸਮਝਾਉਂਦੀ ਰਹਿੰਦੀ ਹੈ। ਐਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈਏ। ਮਨਾ ਐਸਾ ਕੰਮ ਕਦੀ ਨਾ ਕਰਿਆ ਕਰ ਜਿਹਦੇ ਨਾਲ ਅੰਤ ਵੇਲੇ ਜਦੋਂ ਲਾਈਫ ਦੇ ਦਿਨ ਮੁੱਕ ਜਾਣਗੇ ਜ਼ਿੰਦਗੀ ਦੇ, ਤੈਨੂੰ ਪਛਤਾਉਣਾ ਪਵੇ। ਉਦੋਂ ਪਛਤਾਵਾ ਵੀ ਨਹੀਂ ਲੱਭਣਾ, ਕਿਉਂਕਿ ਅੱਖਾਂ ਤੇ ਬੰਦ ਹੋਣੀਆਂ ਨੇ, ਸਾਹ ਚੱਲਦੇ ਨਹੀਂ ਹੋਣੇ। ਮਨਾਂ ਤੋਂ ਇਕੱਲਾ ਹੀ ਹੋਣਾ ਉਸ ਵੇਲੇ।
ਉਸ ਵੇਲੇ ਕੋਈ ਤੇਰੇ ਨਾਲ ਨਹੀਂ ਹੋਵੇਗਾ, ਤੂੰ ਕਿ ਇਕੱਲਾ ਹੀ ਹੋਵੇਂਗਾ। ਪਛਤਾਵਾ ਵੀ ਨਹੀਂ ਲੱਭਣਾ, ਫਿਰ ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ। ਜਦੋਂ ਸਾਰੀ ਉਮਰ ਹੀ ਮੁੱਕ ਗਈ, ਫਿਰ ਪਛਤਾਉਣਾ ਕਿੰਨੇ ਹੈ ਮਗਰੋਂ। ਫਿਰ ਤਾਂ ਲੇਖੇ ਦੇਣੇ ਹਨ, ਸਾਹਿਬ ਲੇਖਾ ਮੰਗਸੀ। ਪਹਿਲਾਂ ਪਹਿਲਾਂ ਸਮਝਾਇਆ ਸੀ ਗੁਰਬਾਣੀ ਨੇ, ਦੁਨੀਆ ਦੇਖਣਾ ਭੂਲ, ਸਾਹਿਬ ਲੇਖਾ ਮੰਗਸੀ। ਤਿਲਾਂ ਵਿੱਚੋਂ ਜਿਵੇਂ ਤੇਲ ਨਿਕਲ ਜਾਂਦਾ ਹੈ, ਇਸ ਤਰ੍ਹਾਂ ਲੇਖੇ ਦੇਣੇ ਪੈਂਦੇ ਹਨ। ਜੋ ਜੋ ਦੁਨੀਆ ਤੇ ਕਰਮ ਕੀਤੇ ਹਨ। ਅੱਜ 9ਵਾਂ ਹਿੱਸਾ ਹੈ ਐਪੀਸੋਡ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ। ਗੁਰਬਾਣੀ ਵਿੱਚ ਬੜਾ ਗਿਆਨ ਹੈ। ਪਰਮ ਸਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਤਾਕਤ ਜੋ ਸੁੰਨ ਮੰਡਲ ਵਿੱਚ ਸੀ, ਸੁੰਨ ਵਿੱਚ ਸੀ। ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਸੁਨ ਕਲਾ ਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਆਪੇ ਕੁਦਰਤ ਕਰ ਕਰ ਦੇਖੈ, ਸੁਨਹੁ ਸੁਨ ਉਪਾਇੰਦਾ। ਇਹ ਵੀ ਆਪ ਜੀ ਨੇ ਸਰਵਣ ਕਰ ਲਿਆ ਹੈ 8ਵੇਂ ਹਿੱਸੇ ਦੇ ਵਿੱਚ। ਪੌਣ ਪਾਣੀ ਸੁਨੈ ਤੇ ਸਾਜੇ, ਸ੍ਰਿਸ਼ਟ ਉਪਾਏ ਕਾਇਆ। ਗੜ ਰਾਜੇ ਆ ਜਿਹੜੇ ਸਰੀਰ ਹਨ। ਅਗਨ ਪਾਣੀ ਜੀਓ ਜੋਤ ਤੁਮਾਰੀ। ਆ ਜਿਹੜੀ ਬਾਡੀ ਵਿੱਚ ਹੀਟ ਹੈ, ਅਗਨ ਹੈ, ਜਿਹੜੇ 5 ਤੱਤ ਹਨ। ਜਿਹੜੀ ਵਿੱਚ ਜੋਤ ਹੈ, ਜੀਓ ਹੈ ਵਿੱਚ। ਜੀਓ ਪਾਏ ਤਨ ਸਾਜਿਆ, ਜੀਓ ਪਿੰਡ ਸਭ ਤੇਰੀ ਰਾਸ। ਅਗਨ ਪਾਣੀ ਜੀਓ ਜੋਤ ਤੁਮਾਰੀ, ਜਿਹੜੀ ਜੋਤ ਜਗ ਰਹੀ ਹੈ, ਅੱਖਾਂ ਵਿੱਚ ਦੀਵਾ ਬਲ ਰਿਹਾ ਹੈ। ਸੁਨ ਸੁਨੇ ਕਲਾ ਰਹਾਇੰਦਾ। ਇਹ ਸਭ ਕੁਝ ਸੁਨ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਗਟ ਕੀਤਾ ਹੈ। ਇਹ ਕਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ, ਇਸ ਕਲਾ ਦੁਆਰਾ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਸੁਨ ਵਿੱਚ ਹਨ, ਉਹ ਸਤਿਗੁਰਾਂ ਨੇ ਜਦੋਂ ਦੁਨੀਆ ਬਣਾਈ ਹੈ ਪ੍ਰਗਟ ਕੀਤੀਆਂ ਹਨ। ਸਰਗੁਣ ਸਰੂਪ ਹੋ ਕੇ ਸਾਰਾ ਸੰਸਾਰ ਪ੍ਰਗਟ ਕੀਤਾ ਹੈ। ਦਾਤਾਰ ਪਾਤਸ਼ਾਹ ਮਹਾਰਾਜ ਜੀ ਦੀ ਇੱਛਾ ਅਨੁਸਾਰ ਹੌਲੀ 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 ਹੌਲੀ, ਕਿਉਂਕਿ ਪਹਿਲਾਂ ਨਾ ਕੋਈ ਰੂਪ ਸੀ, ਨਾ ਰੇਖ ਸੀ, ਨਾ ਰੰਗ ਸੀ, ਆਕਾਰ ਸ਼ਕਲਾਂ ਸੂਰਤਾਂ ਮੂਰਤਾਂ ਕੁਝ ਵੀ ਨਹੀਂ ਸੀ ਪਹਿਲਾਂ। ਅਕਾਲ ਪੁਰਖ ਜੀ ਦੀ ਜਦੋਂ ਸੁੰਨ ਵਿੱਚੋਂ, ਕਿਉਂਕਿ ਸੁੰਨ ਵਿੱਚ ਬੜੀ ਜੋ ਕੁਝ ਨਜ਼ਰ ਆ ਰਿਹਾ ਹੈ, ਦ੍ਰਿਸ਼ਟਮਾਨ ਹੈ, ਦਿਸ ਰਿਹਾ ਹੈ, ਇਹ ਸਭ ਸੁੰਨ ਵਿੱਚ ਹੀ ਸੀ ਮਾਲਿਕ ਵਾਹਿਗੁਰੂ ਜੀ ਦੇ ਕੋਲ। ਜਦੋਂ ਉਹਨਾਂ ਦਾ ਮਨ ਕੀਤਾ, ਉਹਨਾਂ ਦੀ ਇੱਛਾ ਪ੍ਰਗਟ ਹੋਈ, ਹੌਲੀ 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 ਦੁਨੀਆ ਬਣਨੀ ਆਰੰਭ ਹੋ ਗਈ। ਤੇ ਕੀਤੀ ਕਿਹਨਾਂ ਨੇ? ਅਕਾਲ ਪੁਰਖ ਵਾਹਿਗੁਰੂ ਜੀ ਨੇ। ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਢੂੰਡੋ ਗੁਰਮੁਖ ਢੂੰਡ ਢੂੰਡਿੰਦਿਆਂ, ਹਰ ਸੱਜਣ ਲੱਦਾ ਰਾਮ ਰਾਜੇ। ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ। ਢੂੰਡੇ ਤਾਂ ਸਹੀ ਕੋਈ, ਸਭ ਕੁਝ ਗੁਰਬਾਣੀ ਵਿੱਚੋਂ ਮਿਲ ਜਾਂਦਾ ਹੈ। ਪਹਿਲੀ ਅਵਸਥਾ ਜਿਹੜੀ ਅਕਾਲ ਪੁਰਖ ਜੀ ਦੀ, ਜਿਵੇਂ ਅਸੀਂ ਵਿਅਕਤੀ ਹਾਂ, ਸਰਗੁਣ ਸਰੂਪ ਦੇ ਵਿੱਚ ਸਾਰਿਆਂ ਦੇ ਕੋਲ ਸਰੀਰ ਹਨ। ਵਿਅਕਤੀ ਭਾਵ ਪ੍ਰਗਟ ਕਰ ਦੇਈਦਾ ਹੈ, ਫਲਾਨਾ ਆਇਆ ਫਲਾਨਾ ਗਿਆ। ਅਕਾਲ ਪੁਰਖ ਵਾਹਿਗੁਰੂ ਜੀ ਅਵਿਅਕਤ ਹਨ, ਫਾਰਮਲੈਸ ਹਨ, ਜਿਹਨੂੰ ਕਹੀਦਾ ਨਿਰਗੁਣ ਸਰੂਪ। ਸਰਗੁਣ ਵਿੱਚ ਵੀ ਉਹ ਆਪ ਹਨ, ਰਚਨਾ ਉਹਨਾਂ ਦੀ ਆਪਣੀ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਸੁਨ ਵਿੱਚ ਹੁਣ ਵੀ ਆਪ ਹਨ। ਪਹਿਲੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਵਿਅਕਤ ਹੈ। ਜਿਵੇਂ ਅਸੀਂ ਵਿਅਕਤੀ ਹਾਂ, ਲੱਭਦੇ ਨਹੀਂ, ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ, ਪਰ ਹੈਗੇ ਨੇ, ਜਿਹਨੂੰ ਕਹੀਦਾ ਨਿਰਗੁਣ ਅਵਸਥਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਅੱਜ ਵੀ ਪੜਦੇ ਕੱਜਦੇ ਹਨ। ਫਿਰ ਇਸੇ ਅਵਸਥਾ ਤੋਂ, ਨਿਰਗੁਣ ਤੋਂ ਸਤਿਗੁਰਾਂ ਨੇ
ਸਰਗੁਣ ਅਵਸਥਾ ਜਿਹੜੀ ਹੈ, ਸਰਗੁਣ, ਨਿਰਗੁਣ, ਨਿਰੰਕਾਰ, ਇੱਧਰ ਵੀ ਉਹ ਆਪ ਹਨ, ਉੱਧਰ ਵੀ ਆਪ ਹਨ। ਇਹ ਪ੍ਰਗਟ ਹੋਈ ਸਰਗੁਣ ਸਰੂਪ। ਸਾਰੇ ਗੁਣ ਨਿਰਗੁਣ ਨਿਰੰਕਾਰ, ਤਾਈਓ ਕਹੀਦਾ ਹੈ ਸਾਧ ਸੰਗਤ ਵਿੱਚ ਰੱਬ ਵਸਦੇ ਹਨ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸਾਰੇ ਗੁਣ ਨਿਰਗੁਣ ਨਿਰੰਕਾਰ, ਸਰਗੁਣ ਵੀ ਉਹ ਆਪ ਹਨ ਪੂਰੀ ਦੁਨੀਆ ਦੇ ਵਿੱਚ। ਘਟ ਘਟ ਮੈਂ ਹਰ ਜੋ ਬਸੈ, ਪੱਤੇ ਪੱਤੇ ਵਿੱਚ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ। ਨਿਰਗੁਣ ਵੀ ਆਪ ਹਨ ਜਿਹੜੇ ਨਜ਼ਰ ਨਹੀਂ ਆ ਰਹੇ, ਅਦ੍ਰਿਸ਼ਟ ਹਨ। ਅਦਿਸ਼ਟ ਦਿਸੈ ਤਾਂ ਕਹਿਆ ਜਾਏ, ਕਿਵੇਂ ਕਹੀਏ ਦਿਸਦੇ ਨਹੀਂ ਪਰ ਹੈਗੇ ਹਨ। ਸਾਰਾ ਸੰਸਾਰ ਚਲਾ ਰਹੇ ਹਨ, ਉਹਨਾਂ ਨੇ ਬਣਾਇਆ ਹੈ ਸਾਰਾ ਸੰਸਾਰ। ਚੰਗੇ ਮੰਦੇ ਪਾਸੇ ਵੀ ਲੋਕਾਂ ਨੂੰ ਲਾਇਆ ਹੈ। ਸੰਸਾਰ ਦੇ ਬਿਰਖ ਨੂੰ ਅੰਮ੍ਰਿਤ ਵੀ ਲਾਇਆ ਹੈ, ਜ਼ਹਿਰ ਵੀ ਲਾਇਆ ਹੈ। ਅਵਿਅਕਤ ਹਨ, ਐਬਸੋਲਿਊਟ ਐਗਜ਼ਿਸਟੈਂਸ। ਸਰਗੁਣ ਨਿਰਗੁਣ ਐਗਜ਼ਿਸਟੈਂਸ। ਸੁਨ ਸਮਾਧ, ਸੁਨ ਵਿੱਚ, ਸਮਾਧੀ ਵਿੱਚ ਵੀ ਆਪ ਹਨ। ਅੱਗੋਂ ਅਸੀਂ ਅੱਖਾਂ ਬੰਦ ਕਰਕੇ ਤ੍ਰਿਕੁਟੀ ਵਿੱਚ ਜਾ ਕੇ, 10ਵੇਂ ਦੁਆਰ ਵਿੱਚ ਜਾ ਕੇ ਬੜੀ ਕੋਸ਼ਿਸ਼ ਕਰਦੇ ਹਾਂ ਕਿ ਪਹੁੰਚ ਜਾਈਏ ਆਪਣੇ ਨਿੱਜ ਘਰ ਵਿੱਚ। ਸਰਗੁਣ ਸਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਸਮੇਸ਼ ਪਿਤਾ ਸਾਹਿਬ ਸੱਚੇ ਪਾਤਸ਼ਾਹ ਜੀ, ਕਲਗੀਆਂ ਵਾਲੇ, ਬਾਜਾਂ ਵਾਲੇ, ਇਸ ਵੇਲੇ ਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਢੂੰਡ ਰਹੇ ਹਾਂ ਗੁਰਬਾਣੀ ਵਿੱਚੋਂ, ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ। ਸਰਗੁਣ ਵੀ ਉਹ ਆਪ ਹਨ ਦੁਨੀਆ ਸਾਰੀ ਦੇ ਵਿੱਚ। ਅਦ੍ਰਿਸ਼ਟ ਨਾ ਦਿਸਣ ਵਾਲੇ ਵੀ, ਨਿਰਗੁਣ ਵੀ ਉਹ ਆਪ ਹਨ। ਫਾਰਮਲੈਸ ਵੀ ਉਹ ਆਪ ਹਨ। ਨਿਰੰਕਾਰ, ਨਿਰਾਕਾਰ, ਦੁਨੀਆ ਦੇ ਆਕਾਰ ਹਨ, ਸ਼ਕਲਾਂ, ਸੂਰਤਾਂ, ਮੂਰਤਾਂ, ਡਿਜ਼ਾਈਨ। ਸੁਨ ਵਿੱਚ ਵੀ ਆਪ ਹਨ, ਸੁਨ ਸਮਾਧੀ ਆਪ। ਅੱਗੋਂ ਅਸੀਂ ਸਿੱਖਦੇ ਰਹਿੰਦੇ ਹਾਂ, ਚੌਂਕੜੇ ਮਾਰ ਮਾਰ ਕੇ, ਪਾਠ ਕਰ ਕਰਕੇ, ਮੂਲ ਮੰਤਰ ਪੜ੍ਹ ਪੜ੍ਹ ਕੇ, ਸਤਨਾਮ ਵਾਹਿਗੁਰੂ ਜਪ ਜਪ ਕੇ ਆਪੋ ਆਪਣੇ ਢੰਗ ਨਾਲ ਹਰ ਕੋਈ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਅਕਾਲ ਪੁਰਖ ਜੀ ਨੇ ਜਦੋਂ ਇਹ ਦੁਨੀਆ ਬਣਾਈ ਹੈ, 940 ਅੰਗ ਤੇ ਪੜ੍ਹਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚੋਂ ਅਵਗਤੋ ਨਿਰਮਾਇਲ ਉਪਜੈ, ਅਵਗਤੋ ਨਿਰਮਾਇਲ ਉਪਜੈ। ਅਕਾਲ ਪੁਰਖ ਵਾਹਿਗੁਰੂ ਜੀ ਨਿਰਗੁਣ ਤੋਂ ਸਰਗੁਣ ਵਿੱਚ ਆਏ, ਤਾਈਓ ਏਡਾ ਵੱਡਾ ਸੰਸਾਰ ਮਾਤ ਲੋਕ ਭਰਿਆ ਪਿਆ ਹੈ। ਅਦ੍ਰਿਸ਼ਟ ਜਿਹੜੇ ਦਿਸਦੇ ਨਹੀਂ ਸਨ, ਅਵਗਤੋ। ਨਿਰਮਲ ਅਕਾਲ ਪੁਰਖ ਵਾਹਿਗੁਰੂ ਜੀ ਉਪਜੇ, ਪੈਦਾ ਹੋਏ। ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਤੋਂ ਸਰਗੁਣ ਥੀਆ ਹੋ ਗਏ। ਬਣ ਗਈ ਦੁਨੀਆ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਣਾ ਦਿੱਤੀ। ਅਦ੍ਰਿਸ਼ਟ ਨਾ ਦਿਸਣ ਵਾਲੇ ਫਿਰ ਵੀ ਆਤਮਾ ਵਿੱਚ ਹਨ, ਅੱਜ ਵੀ ਨਹੀਂ ਦਿਸਦੇ। ਗੁਰਬਾਣੀ ਸਮਝਾਉਂਦੀ ਹੈ, ਆਤਮ ਮਹਿ ਰਾਮ, ਰਾਮ ਮਹਿ ਆਤਮ,
ਜਿਨਸ ਗੁਰ ਵਿਚਾਰਾ। ਅੱਜ ਵੀ ਗੁਰੂ ਦੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਮੰਨਣ ਦੀ ਲੋੜ ਹੈ। ਬਾਜਾਂ ਵਾਲੇ, ਕਲਗੀਆਂ ਵਾਲੇ, ਦਸ਼ਮੇਸ਼ ਪਿਤਾ ਜੀ ਦੇ ਹੁਕਮ ਮੰਨਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਮੰਨਣ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਹਿਰਦੇ ਤੇ ਵਸਾਉਣ ਦੀ ਲੋੜ ਹੈ। ਪੜ੍ਹਨਾ ਭਲਾ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਬੁੱਝਣਾ ਪੈਣਾ ਹੈ ਸਤਿਗੁਰਾਂ ਦੇ ਹੁਕਮ ਕੀ ਕਹਿੰਦੇ ਹਨ। ਬੁੱਝੇ ਤਾਂ ਜਾਂਦੇ ਹਨ ਜੇ ਗੁਰੂ ਦੇ ਸੱਚੇ ਸਿੱਖ ਬਣੀਏ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਤੇ ਵਸਾਈਏ। ਨਹੀਂ ਤਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੜੀਏ ਖਾਤ। ਸਾਰਾ ਸ਼ਬਦ ਪੜਿਆ ਕਰੋ। ਪੜੇ ਸੁਣਿਆ ਕਿਆ ਹੋਈ, ਜਾਂ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਾ ਗੋਚਰ ਲਈਏ। ਹਨੇਰੇ ਵਿੱਚ ਦੀਵਾ ਚਾਹੀਦਾ ਹੈ, ਉਹ ਦੀਵਾ ਹੈ ਗੁਰਬਾਣੀ ਦਾ ਚਾਨਣਾ। ਉਸ ਚਾਨਣੇ ਵਿੱਚੋਂ ਪਤਾ ਲੱਗਦਾ ਹੈ ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ ਹੈ। ਅਦ੍ਰਿਸ਼ਟ ਵਾਹਿਗੁਰੂ ਜੀ ਸਰਗੁਣ ਸਰੂਪ ਵਿੱਚ ਆਤਮਾ ਵਿੱਚ ਕਿਵੇਂ ਆਏ ਹਨ। ਗੁਰਬਾਣੀ ਸਾਰੀ ਉਮਰ ਸਮਝਾਉਂਦੀ ਰਹਿੰਦੀ ਹੈ, ਆਤਮ ਮਹਿ ਰਾਮ। ਤੇਰੀ ਆਤਮਾ ਵਿੱਚ ਹੀ ਰਾਮ ਹਨ, ਵਾਹਿਗੁਰੂ ਜੀ ਹਨ। ਰਾਮ ਮਹਿ ਆਤਮ, ਆਤਮਾ ਰਾਮ ਵਿੱਚ ਹੈ ਤੇ ਰਾਮ ਆਤਮਾ ਵਿੱਚ ਹਨ। ਐਵੇਂ ਬਾਹਰ ਢੂੰਡਦਾ ਰਹਿਣਾ ਹੈ, ਕਦੀ ਅੰਦਰ ਝਾਤ ਮਾਰਿਆ ਕਰ। ਮੰਦਰ ਤਾਂ ਤੇਰੇ ਅੰਦਰ ਹੈ, ਮਨ ਮੰਦਰ ਤਨ ਵੇਸ ਕਲੰਦਰ। ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬੌੜ ਜਨਮ ਨਾਵਾਂ। ਜਿਨ੍ਹਾਂ ਲੱਭਿਆ ਹੈ ਉਹਨਾਂ ਅੰਦਰੋਂ ਹੀ ਲੱਭ ਲਿਆ, ਅੰਦਰੋਂ ਹੀ ਸੱਚ ਪਾ ਲਿਆ। ਜਿਨ੍ਹਾਂ ਨੇ ਸੱਚ ਨੂੰ ਲੱਭਿਆ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਅੰਦਰੋਂ ਹੀ ਸੱਚ ਭਾਲਿਆ, ਲੱਭ ਲਿਆ ਅੰਦਰੋਂ। ਆਤਮਾ ਦੇ ਰੂਪ ਵਿੱਚ ਹਰ ਜੀਵ ਦੇ ਵਿੱਚ ਜਿੰਨੇ ਵੀ ਜੀ ਹਨ, ਅੰਡਜ, ਜੇਰਜ, ਸੇਤਜ, ਉਤਪੁਜ, ਸਭ ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿ ਰਵੰਤਾ। ਤੁਸੀਂ ਸਾਰਿਆਂ ਵਿੱਚ ਹੋ। ਅਸਥੂਲ ਰੂਪ ਧਾਰਨ ਕਰ ਲੈਂਦੇ ਹਨ ਸਰਗੁਣ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਹੁਕਮ ਹੀ ਸ਼ਬਦ ਹੈ, ਸ਼ਬਦ ਹੀ ਹੁਕਮ ਹੈ। ਉਹਨਾਂ ਦੇ ਹੁਕਮ ਨਾਲ ਹੀ ਇਹ ਸਾਰਾ ਪਸਾਰਾ ਪਸਰਿਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਵੇਂ ਜਿਵੇਂ ਗੁਰਬਾਣੀ ਨੂੰ ਪੜਾਂਗੇ ਤਿਵੇਂ ਤਿਵੇਂ ਪਤਾ ਲੱਗ ਜਾਵੇਗਾ ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ ਹੈ। ਪਰ ਬੜਾ ਟਾਈਮ ਲੱਗਦਾ ਹੈ, ਉਮਰਾਂ ਲੰਘ ਜਾਂਦੀਆਂ ਹਨ ਗੁਰਬਾਣੀ ਪੜ੍ਹ ਪੜ੍ਹ ਕੇ, ਸਮਝ ਕੇ ਤਾਂ ਕੁਝ ਮਾੜੀ ਜੀ ਸੋਝੀ ਪੈਂਦੀ ਹੈ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ ਉਹ ਜਪਣ ਲੱਗ ਪੈਂਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਉਹ ਚੰਗਾ ਤੇ ਮਾੜਾ ਤੱਕਣ ਲੱਗ ਪੈਂਦੇ ਹਨ। ਆਪ ਮਾੜਾ ਹੈ, ਆ ਚੰਗਾ ਹੈ। ਉਹ ਚੰਗੇ ਰਾਹ ਤੇ ਤੁਰਨ ਲੱਗ ਪੈਂਦੇ ਹਨ। ਉਹ ਜਿਹੜੇ ਮਾਈਂਡ ਹਨ, ਮਨ ਹਨ। ਹਉਮੈ ਵੀ ਗਵਾ ਦਿੰਦੇ ਹਨ। ਕਈ ਵਾਰੀ ਬੜਾ ਡਰਾਵਾ ਜਿਹਾ ਪਿਆ ਹੋਇਆ ਹੈ, ਹਉਮੈ ਬੜੀ ਬੁਰੀ ਹੈ, ਹਉਮੈ ਬੜੀ ਬੁਰੀ ਹੈ। ਜਦੋਂ ਲੜੀ ਵਾਲੀਆਂ ਬੀੜਾਂ ਪੜ੍ਹੀਆਂ ਜਾਂਦੀਆਂ ਸਨ, ਜਿਹਨੂੰ ਡੰਡੇ ਵਾਲੀ ਬੀੜ ਆਖਿਆ ਜਾਂਦਾ ਸੀ, ਸੁਭਾਵਕ ਲੜੀਦਾਰ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਹੁਣ ਪ੍ਰਿੰਟਿੰਗ ਪ੍ਰੈਸਾਂ ਹਨ, ਅੱਖਰ ਇੱਧਰ ਉੱਧਰ ਹੋ ਜਾਂਦੇ ਹਨ। ਹਉਮੈ ਦੇ ਵੀ ਉਹੀ ਅਰਥ ਹਨ ਜੋ ਮੈਂ ਦੇ ਹਨ। ਪੁਰਾਤਨ ਸਮੇਂ ਵਿੱਚ ਸਤਿਗੁਰਾਂ ਨੇ ਹੁਕਮ ਕੀਤੇ ਹਨ, ਹਾਂ ਆਪਹੁ ਬੋਲ ਨਾ ਜਾਣਦਾ, ਹੋਂ ਦੇ ਵਿੱਚ ਮੈਂ ਆ ਗਈ। ਹਾਂ ਆਪਹੁ, ਕਿਉਂਕਿ ਜਿਵੇਂ ਸ਼ੋ ਕਰਨਾ ਪੈਂਦਾ ਹੈ, ਆਈ ਐਮ ਨੋਟ ਹੀਅਰ, ਆਈ ਐਮ ਨੋਟ ਡਿਡ ਦਿਸ। ਜਿੱਦਾਂ ਆਮ ਕਹੀਦਾ ਸ਼ਲੋਕ ਹੋਵੇ ਤੇ ਆਈ ਐਮ ਨੋਟ ਹੀਅਰ, ਆਈ ਐਮ ਨੋਟ ਡਿਡ,
ਕਿੰਨੀ ਜਗ੍ਹਾ ਆਪਣੇ ਆਪ ਨੂੰ ਸ਼ੋਅ ਕਰਨਾ ਪੈਂਦਾ ਹੈ। ਆਮ ਲਾ ਕੇ ਮੈਂ ਲਾਉਣਾ ਹੀ ਪੈਂਦਾ ਹੈ ਸ਼ੋਅ ਕਰਨ ਵਾਸਤੇ। ਆ ਮੈਂ ਕੀਤਾ, ਆ ਮੈਂ ਕਰਾਇਆ। ਗੁਰਬਾਣੀ ਯਾਦ ਰੱਖਣਾ, ਜਿਨ ਰਚ ਰਚਿਆ ਪੁਰਖ ਵਿਧਾਤੇ। ਜਿਨ ਮਾਲਿਕ ਨੇ ਦੁਨੀਆ ਬਣਾਈ ਹੈ, ਵਾਹਿਗੁਰੂ ਜੀ ਨੇ ਸੁਣ ਤੋਂ। ਜਿਨ ਰਚ ਰਚਿਆ ਪੁਰਖ ਵਿਧਾਤੇ। ਜਿਨੇ ਦੁਨੀਆ ਬਣਾਈ ਹੈ, ਆ ਜੀਵ ਜੰਤ ਬਣਾਏ ਹਨ, ਮਾਨਸ ਬਣਾਏ ਹਨ, ਹਿਊਮਨ ਬੋਡੀਆਂ ਬਣਾਈਆਂ ਹਨ, ਨਾਲੇ ਹਉਮੈ ਪਾਈ ਵਿੱਚ ਹੀ ਹਾਂ ਮੈਂ ਪਾ ਦਿੱਤੀ। ਇਹ ਦੋ ਸ਼ਬਦ ਹਨ, ਲੇਕਿਨ ਇਕੱਠੇ ਕੀਤੇ ਹੋਏ ਹਨ ਹਉਮੈ। ਦੁਨੀਆ ਡਰ ਜਾਂਦੀ ਹੈ ਹਉਮੈ ਸੁਣ ਕੇ, ਲੇਕਿਨ ਉਹ ਹਨ ਸ਼ੋਅ ਕਰਨ ਵਾਸਤੇ। ਹਾਂ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੋ ਹੁਕਮ ਹੋਇਆ ਉਹਦੇ ਮੁਤਾਬਕ ਅਸਾਂ ਕਹਿ ਦਿੱਤਾ ਹੈ, ਸਤਿਗੁਰੂ ਜੀ ਫਰਮਾਉਂਦੇ ਹਨ। ਅੱਗੇ ਵੀ ਜਾ ਕੇ ਸਮਝਾ ਦਿੰਦੇ ਹਨ, ਹਰ ਬੰਦੇ ਨੂੰ ਚਾਹੀਦਾ ਹੈ ਮੈਂ ਛੱਡ ਦੇਵੇ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਹਾਂ ਉਹ ਵੀ ਮੈਂ ਹੀ ਹੈ। ਪੁਰਾਤਨ ਸਮੇਂ ਦੀਆਂ ਬੋਲੀਆਂ ਹਨ। ਹਾਂ ਮੈਂ, ਹਾਂ ਵੀ ਉਹੀਓ ਹੈ, ਮੈਂ ਵੀ ਉਹੀਓ ਹੈ। ਜੇ ਇਹ ਨਾ ਹੋਵੇ, ਇਹ ਅਕਾਲ ਪੁਰਖ ਜੀ ਨੇ ਆਪ ਪਾਇਆ ਹੈ। ਇਹ ਜਿਹੜਾ ਹਉਮੈ ਦਾ ਗੁਣ ਹੈ, ਜਿਹਨੂੰ ਇਕੱਠਾ ਹਉਮੈ ਹੁਣ ਕਹਿ ਦੇਈਦਾ ਹੈ, ਹਾਂ ਮੈਂ ਸ਼ਬਦ ਪੜ੍ਹ ਕੇ ਸੁਣਾ ਦਿੱਤਾ ਹੈ। ਹਾਂ ਆਪਹੁ ਬੋਲ ਨਾ ਜਾਣਦਾ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ। ਉਹੀ ਉਹ ਗੱਲ ਹੈ ਜਿਹੜੀ ਅੱਗੇ ਆਈ ਹੈ, ਮੈਂ ਕਹਿਆ ਸਭ ਹੁਕਮ ਆਓ ਜੀਓ। ਸ਼ੋਅ ਕਰਨਾ ਪੈਂਦਾ ਹੈ, ਦੱਸਣਾ ਪੈਂਦਾ ਹੈ। ਹੋਰ ਜਗ੍ਹਾ ਵੀ ਸਤਿਗੁਰਾਂ ਨੇ ਸਮਝਾਇਆ ਹੈ। ਹਾਂ ਹਾਂ ਮੈਂ ਵਿੱਚੋਂ ਖੋਵੈ। ਉਹੀ ਉਹ ਚੀਜ਼ ਹੈ ਹਉਮੈ ਵਾਲੀ। ਜਦੋਂ ਹਉਮੈ ਕਹਿ ਦੇਈਦਾ ਹੈ, ਅਹੰਕਾਰ ਨਾਲ ਜੋੜ ਦੇਈਦਾ ਹੈ। ਲੇਕਿਨ ਇਹ ਤਾਂ ਸਤਿਗੁਰਾਂ ਨੇ ਦੱਸਿਆ ਹੈ ਕੁਝ ਦੱਸਣ ਵਾਸਤੇ। ਆਮ ਗੋਇੰਗ, ਮੈਂ ਜਾ ਰਿਹਾ ਹਾਂ। ਹਾਂ ਮੈਂ, ਲੇਕਿਨ ਹੁਣ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਹਨ, ਉੱਥੇ ਹਉਮੈ ਇਕੱਠਾ ਹੈ। ਜਿਹੜੀਆਂ ਡੰਡੇ ਵਾਲੀਆਂ ਬੀੜਾਂ, ਲੜੀਦਾਰ ਬੀੜਾਂ ਹਨ, ਉੱਥੋਂ ਸੂਝਵਾਨ ਗੁਰਸਿੱਖ ਪਿਆਰੇ ਆਪਣੇ ਆਪ ਹੀ ਕਰ ਲੈਂਦੇ ਹਨ। ਹਾਂ ਮੈਂ, ਇਹ ਦੋਨਾਂ ਅੱਖਰਾਂ ਦਾ ਇਕੱਠਾ ਕਰ ਦਿੱਤਾ ਗਿਆ ਹੈ ਹਉਮੈ। ਅਭਿਮਾਨ ਵੱਖਰਾ ਹੈ। ਜਦੋਂ ਦੁਨੀਆ ਬਣਾਈ ਹੈ, ਇਹ ਹਾਂ ਮੈਂ, ਇਹ ਕਿਵੇਂ ਸ਼ੋਅ ਕਰਨਗੇ ਦੁਨੀਆ ਦੇ ਲੋਕ ਆਪਣੇ ਆਪ ਨੂੰ? ਮੈਂ ਕਹਿਣਾ ਪਵੇਗਾ, ਮੈਂ ਆਖਣਾ ਪਵੇਗਾ, ਮੈਂ ਰੋਟੀ ਖਾ ਲਈ ਹੈ, ਮੈਂ ਨਹੀਂ ਸੁੱਤਾ, ਮੈਂ ਜਾ ਰਿਹਾ ਹਾਂ, ਮੈਂ ਆ ਗਿਆ ਹਾਂ। ਇਹ ਤਾਂ ਸ਼ੋਅ ਕਰਨ ਵਾਸਤੇ ਹੈ। ਅਭਿਮਾਨ ਵੀ ਹੈ। ਇਹ ਪੰਕਤੀ ਜ਼ਰੂਰ ਯਾਦ ਕਰ ਲੈਣਾ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਹਉਮੈ ਇਕੱਠਾ ਲਿਖਿਆ ਹੋਇਆ ਹੈ। ਹਾਂ ਜੇ ਲੜੀਦਾਰ ਬੀੜ ਪੜੋਗੇ ਤਾਂ ਫਿਰ ਨਿਰਣਾ ਹੋ ਜਾਂਦਾ ਹੈ। ਇਹ ਮਾਲਿਕ ਨੇ ਪਾਈ ਹੈ। ਹਾਂ ਮੈਂ, ਹਰ ਬੰਦੇ ਨੇ ਆਪਣੇ ਆਪ ਨੂੰ ਸ਼ੋਅ ਕਰਨਾ ਹੈ, ਦੱਸਣਾ ਹੈ, ਮੈਂ ਦੂਰੋਂ ਆਇਆ ਹਾਂ।
हाँ आया दूरों चल के, ओयो गल है मैं वाली। हाँ आया दूरों चल के मैं तक्की तो सरनाए जियो। जो ਜਦੋਂ ਪਿਆਰ ਨਾਲ ਇੱਕ ਇੱਕ ਅੰਗ ਨੂੰ 2-2 4-4 5-5 ਮਹੀਨੇ ਪੜਾਂਗੇ ਸਮਝ ਪੈ ਜਾਂਦੀ ਹੈ। ਸਤਿਗੁਰੂ ਕਿਰਪਾ ਕਰ ਦਿੰਦੇ ਹਨ, ਸੋਝੀ ਦੇ ਦਿੰਦੇ ਹਨ। ਇਹ ਵੀ ਯਾਦ ਰੱਖਣਾ। ਹਾਂ ਆਇਆ, ਅੱਜ ਕੱਲ ਮੈਂ ਕਹਿ ਦਈਦਾ ਮੈਂ ਆਇਆ। ਹਾਂ ਆਇਆ ਦੂਰੋਂ ਚੱਲ ਕੇ, ਤੇ ਜਦੋਂ ਪੜ੍ਹੀ ਜਾਵਾਂਗੇ ਪੜ੍ਹੀ ਜਾਵਾਂਗੇ ਪੜ੍ਹੀ ਜਾਵਾਂਗੇ ਪੜ੍ਹੀ ਜਾਵਾਂਗੇ, ਸਮਝਾਂਗੇ ਨਹੀਂ ਤੇ ਕਿਵੇਂ ਜ਼ਿੰਦਗੀ ਬਦਲੇਗੀ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸਾਥ, ਪੜਿਆ ਨਾ ਹੀ ਭੇਦ ਬੁੱਝਿਆ ਪਾਵਣਾ। ਜੇ ਬੁੱਝਾਂਗੇ ਤਾਂ ਕੋਈ ਭੇਦ ਮਿਲੇਗਾ। ਇਹ ਜ਼ਿੰਦਗੀ ਕੀ ਹੈ, ਸੰਸਾਰ ਕੀ ਹੈ, ਇਹ ਹਉਮੈ ਕਿੰਨੇ ਪਾਈਏ ਵਿੱਚ। ਇਹਨੂੰ ਲੜੀਵਾਰ ਬੀੜ ਪੜਨ ਵਾਲੇ ਹਾਂ ਮੈਂ। ਜਦੋਂ ਆਸਾ ਜੀ ਦੀ ਵਾਰ ਪੜਾਂਗੇ ਹਾਂ ਮੈਂ ਇਹ ਜਾਤ ਹੈ, ਦਾਸ ਜਿਵੇਂ ਬੀੜ ਵਿੱਚ ਲਿਖਿਆ ਉਦਾਂ ਪੜ੍ਹ ਦਿੰਦਾ ਹੈ, ਲੇਕਿਨ ਸਮਝਾ ਦਿੱਤਾ ਹੈ ਜੋ ਦਾਸਰੇ ਨੂੰ ਸਮਝ ਪਈ ਹੈ। ਹਾਂ ਮੈਂ ਇਹ ਜਾਤ ਹੈ, ਹਾਂ ਮੈਂ ਕਰਮ ਕਮਾਏ, ਹਾਂ ਮੈਂ ਇਹੀ ਬੰਧਨਾ ਫਿਰ ਜੋਨੀ ਪਾਏ, ਹਾਂ ਮੈਂ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਹਾਂ ਮੈਂ ਇਹੋ ਹੁਕਮ ਹੈ ਪੈ ਕਿਰਤ ਫਿਰਾਏ, ਹਾਂ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਏ। ਇਹਦੇ ਵਿੱਚ ਹੀ ਦਾਰੂ ਹੈ, ਮੈਂ ਕਰਨੀ ਛੱਡ ਦੇ, ਮੈਂ ਨਾ ਕਰਿਆ ਕਰ। ਹਉਮੈ ਨੂੰ ਸਮਝ, ਹਉਮੈ ਦੀ ਮੀਨਿੰਗ ਕੀ ਹੈ, ਉਹ ਤਾਂ ਪਵੇਗੀ ਜੇ ਗੁਰਬਾਣੀ ਨੂੰ ਸਾਲ ਸਾਲ ਸਹਿਜ ਪਾਠ ਕਰਦਾ ਰਵੇਂਗਾ, ਤਾਂ ਕੁਝ ਸੋਝੀ ਪਵੇਗੀ। ਇੱਕ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ। ਇਹ ਆਸਾ ਦੀ ਵਾਰ ਵੀ ਲੜੀਦਾਰ ਬੀੜ ਤੇ ਪੜਨਾ। ਹਉਮੈ ਵੱਖਰੀ ਹੈ, ਅਭਿਮਾਨ ਵੱਖਰਾ ਹੈ। ਅਭਿਮਾਨ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਪਾਇਆ ਹੈ। ਆਪ ਹੀ ਸਰੀਰ ਦੇ ਵਿੱਚ ਅਭਿਮਾਨ ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ ਪਾ ਦਿੱਤਾ ਹੈ। ਪਿੱਛੇ ਕਥਾ ਕੀਤੀਆਂ ਹਨ, ਉਹਨਾਂ ਦੇ ਵਿੱਚ ਦਾਸਰੇ ਨੇ ਗੁਰਬਾਣੀ ਦੇ ਵਿੱਚੋਂ ਸ਼ਬਦ ਪੜ੍ਹ ਦਿੱਤੇ ਹਨ, ਜਿੱਥੇ ਲਿਖਿਆ ਹੈ ਹਉਮੈ ਬਿਖ ਪਾਏ ਜਗਤੋਂ ਪਾਇਆ। ਅਭਿਮਾਨ ਦਾ ਵੀ ਲਿਖਿਆ ਹੈ। ਇਹ ਸਾਰੇ ਆਪ ਜੀ ਅੱਗੇ ਸਰਵਣ ਕਰ ਚੁੱਕੇ ਹੋ। ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ, ਸਤਿਗੁਰੂ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ, ਜਿਹੜੇ ਬਿਸਮਾਦ ਹਨ, ਜਿਨ੍ਹਾਂ ਨੇ ਬਿਨਾਂ ਥੰਮਾਂ ਤੋਂ ਦੁਨੀਆ ਬਣਾਈ ਹੈ, ਉਹਨਾਂ ਨੇ ਇਹਨਾਂ ਸਰੀਰਾਂ ਦੇ ਵਿੱਚ ਅਭਿਮਾਨ ਵੀ ਪਾ ਦਿੱਤਾ ਹੈ। ਜਦੋਂ ਸ਼ਬਦ ਪੜ੍ਹਦੇ ਹਾਂ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਧਿਆਨ ਨਾਲ ਸਰਵਣ ਕਰਨਾ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਸਾਰਾ ਸ਼ਬਦ ਤੁਸੀਂ ਆਪ ਪੜ੍ਹਿਓ। ਅਭਿਮਾਨ ਦੇ ਨਾਲ ਜਰਾ ਉੱਚਾ ਹੋ ਜਾਂਦਾ ਹੈ ਬੰਦਾ, ਸੇਵਾ ਨਹੀਂ ਕਰ ਸਕਦਾ, ਆਪਣੇ ਆਪ ਨੂੰ ਉੱਚਾ ਪ੍ਰਤੀਤ ਕਰਦਾ ਹੈ। ਮਾਨ ਅਭਿਮਾਨ ਵਧੇ ਸੋ ਸੇਵਕ ਨਾਹੀਂ। ਨੀਵਾਂ ਹੋਣਾ ਪੈਂਦਾ ਹੈ, ਗਾਗਰਾਂ ਢੋਣੀਆਂ ਪੈਂਦੀਆਂ ਹਨ ਜਲ ਦੀਆਂ, ਚਿੱਕੜ ਵਿੱਚੋਂ ਬਾਟੇ ਕੱਢ ਕੇ ਲਿਆਉਣੇ ਪੈਂਦੇ ਹਨ। ਸੇਵਕ ਬਣਨਾ ਪੈਂਦਾ ਹੈ, ਸੇਵਕ ਦੀ ਓੜਕ ਨਿਭੀ ਪ੍ਰੀਤ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ।
ਹਉਮੈ ਬੁਝੈ ਇਕੱਠਾ ਹੈ ਹਉਮੈ। ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲੜੀਵਾਰ ਬੀੜ ਪੜਾਂਗੇ। ਮੈਂ ਨਹੀਂ ਵੱਖਰਾ ਕਰਨਾ ਚਾਹੁੰਦਾ, ਤੁਸੀਂ ਆਪ ਕਰਿਓ, ਮੀਨਿੰਗ ਆਪਣੀ ਲੈ ਲੈਣਾ। ਹਉਮੈ ਬੁਝੈ ਤਾਂ ਦਰ ਸੂਝੈ। ਹਾਂ ਮੈਂ ਜਿਹੜਾ ਹੈ, ਜਿੱਦਾਂ ਤੁਸੀਂ ਅੰਗਰੇਜ਼ੀ ਵਿੱਚ ਕਹਿੰਦੇ ਹੋ, ਆਮ ਲਾ ਕੇ ਸ਼ੋਅ ਕਰਦੇ ਹੋ ਆਪਣੇ ਆਪ ਨੂੰ। ਫਿਰ ਕਰਮ ਬੰਦਾ ਕਮਾਉਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਹਉਮੈ ਇਹ ਜਾਤ ਹੈ, ਮੈਂ ਕੀਤਾ ਮੇਰੀ ਆ ਜਾਤ ਹੈ। ਹਉਮੈ ਕਰਮ ਕਮਾਏ, ਮੈਂ ਆ ਕਰਮ ਕਮਾਇਆ, ਮੈਂ ਆ ਕੀਤਾ, ਮੈਂ ਉਹ ਕੀਤਾ। ਮੈਂ ਕਰਦਿਆਂ ਹੀ ਹਉਮੈ ਇਹ ਬੰਧਨਾਂ ਵਿੱਚ ਬੰਦਾ ਪੈ ਜਾਂਦਾ ਹੈ। ਫਿਰ ਜੋਨੀ ਪਾਹੇ ਮੁੜ ਕੇ ਜੂਨਾਂ ਵਿੱਚ ਪੈਂਦਾ ਹੈ। ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ। ਗੁਰਬਾਣੀ ਪੜ੍ਹੋ, ਗੁਰਬਾਣੀ ਨੂੰ ਸਮਝੋ, ਗੁਰੂ ਕਿਰਪਾ ਕਰਨਗੇ। ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ। ਉਹ ਜੋ ਸ਼ਬਦ ਹਨ, ਜੋ ਅਕਾਲ ਪੁਰਖ ਜੀ ਹਨ, ਜੋ ਨਿਰੰਕਾਰ ਜੀ ਹਨ, ਜੋ ਵਾਹਿਗੁਰੂ ਜੀ ਹਨ, ਉਹਨਾਂ ਦੇ ਨਾਮ ਦੀ ਕਮਾਈ ਕਰੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਹਉਮੈ ਵਿੱਚ ਹੀ ਦੁਨੀਆ ਉਪਜਦੀ ਹੈ, ਹਉਮੈ ਵਿੱਚ ਹੀ ਖਤਮ ਹੋ ਜਾਂਦੀ ਹੈ। ਹਉਮੈ ਵਿੱਚ ਹੀ ਵਾਹਿਗੁਰੂ ਜੀ ਨੂੰ ਵਿਸਾਰ ਕੇ ਦੁੱਖ ਪਾਉਂਦੀ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਖ ਅੰਮ੍ਰਿਤ ਕਰਤਾਰੋ ਪਾਏ। ਧੰਨ ਗੁਰੂ ਅਮਰਦਾਸ ਜੀ, ਇਹ ਵਿਸ ਸੰਸਾਰ, ਇਹ ਜ਼ਹਿਰ ਭਰਿਆ ਸੰਸਾਰ। ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜ਼ਹਿਰ ਭਰਿਆ ਸੰਸਾਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਹੀ ਪੈਦਾ ਕੀਤਾ ਹੋਇਆ ਹੈ। ਪਿਆਰਿਓ, ਕੁਝ ਵੀ ਮਾੜਾ ਨਹੀਂ ਦੁਨੀਆ ਦੇ ਵਿੱਚ। ਸੀਮਾ ਵਿੱਚ ਰਹਿਣਾ ਹੈ, ਕੰਟਰੋਲ ਵਿੱਚ ਰਹਿਣਾ ਹੈ, ਆਗਿਆ ਵਿੱਚ ਰਹਿਣਾ ਹੈ, ਹੁਕਮ ਵਿੱਚ ਰਹਿਣਾ ਹੈ। ਜੋ ਵੀ ਮਾਲਕ ਨੇ ਚੰਗਾ ਮਾੜਾ ਇਸ ਦੇਹ ਦੇ ਵਿੱਚ ਸੋਚਣ ਸ਼ਕਤੀ ਪਾ ਦਿੱਤੀ ਹੈ। ਹਿਊਮਨ ਬੋਡੀ ਜਿਹੜੀ ਹੈ, ਮਾਨਸ ਜਨਮ ਜਿਹੜਾ ਹੈ, ਇਹਦੇ ਵਿੱਚ ਬੰਦੇ ਨੇ ਚੰਗਾ ਮੰਦਾ ਆਪ ਚੁਣਨਾ ਹੈ। ਭਾਵੇਂ ਉਹਨਾਂ ਨੇ ਆਪਣੀ ਖੇਡ ਵਿੱਚ ਚੰਗੇ ਮੰਦੇ ਆਪ ਲਾਏ ਹਨ, ਭਾਵੇਂ ਆਪੇ ਲਾ ਛੱਡਿਆ ਇਸ ਖੇਡ ਵਿੱਚ, ਪਰ ਮਾਨਸ ਨੇ ਉਹ ਖੇਡ ਖੇਡਣੀ ਹੈ ਜਿਹੜੀ ਚੰਗੀ ਹੈ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ, ਢੂੰਡ ਕੇ ਕੁਝ ਬਚਨ ਕਹੇ ਹਨ। ਭੁੱਲਾਂ ਖਿਮਾ ਕਰ ਦੇਣੀਆਂ ਦਾਸ ਦਿਲਬਾਗ ਸਿੰਘ ਦੀਆਂ। ਗੁਰਬਾਣੀ ਵਿਚਾਰ ਲੀਡਸ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਖਿਮਾ ਕਰ ਦੇਣਾ, ਖਿਮਾ ਕਰ ਦੇਣਾ, ਖਿਮਾ ਕਰ ਦੇਣਾ, ਖਿਮਾ ਕਰ ਦੇਣਾ। ਸੰਗਤ ਗੁਰੂ ਦਾ ਰੂਪ ਹੈ, ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਮਨ ਵਿੱਚੋਂ ਹਉਮੈ ਨੂੰ ਦੂਰ ਕਰਨਾ ਹੈ, ਉਹਦੇ ਵਿੱਚ ਮੈਂ ਦੂਰ ਹੋ ਜਾਵੇਗੀ, ਮੈਂ ਚਲੀ ਜਾਵੇਗੀ। ਹਉਮੈ ਵੀ ਉਹੀ ਸ਼ਬਦ ਹੈ, ਮੈਂ ਵੀ ਉਹੀ ਸ਼ਬਦ ਹੈ, ਇਕੱਠਾ ਹੈ ਹਉਮੈ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। 946 ਅੰਗ 946। ਆਨੰਦ ਮਾਣਿਆ ਕਰੋ ਗੁਰਬਾਣੀ ਪੜ੍ਹ ਕੇ। ਇਹ ਜ਼ਹਿਰ ਭਰਿਆ ਸੰਸਾਰ ਵੀ ਵਾਹਿਗੁਰੂ ਜੀ ਦਾ ਆਪਣਾ ਹੀ ਹੈ, ਪਰ ਬਚਣਾ ਹੈ। ਚੰਗੇ ਕੰਮ ਕਰਨੇ ਹਨ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮਰਾਜ ਬਿਠਾ ਰੱਖਿਆ ਹੈ ਮਾਲਕ ਨੇ, ਉਹ ਵੀ ਵਾਹਿਗੁਰੂ ਜੀ ਨੇ ਆਪਣੀ ਆ ਜਿਹੜੀ ਦੁਨੀਆ ਬਣਾਈ ਹੈ ਉਹਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਹੈ ਕਿ ਤੂੰ ਲੇਖੇ ਲੈਣੇ ਹਨ, ਕਿੱਦਾਂ ਕੋਈ ਦੁਨੀਆ ਤੋਂ ਕਰਕੇ ਆ ਰਿਹਾ ਹੈ, ਉਹਨਾਂ ਨੂੰ ਉਹਦੇ ਮੁਤਾਬਕ ਸਜ਼ਾਵਾਂ ਦੇਣੀਆਂ ਹਨ। ਧਰਮਰਾਜ ਉਹਨਾਂ ਨੂੰ ਸਜ਼ਾਵਾਂ ਦੇ ਰਿਹਾ ਹੈ, ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਨੂੰ ਛੱਡ ਦਿੰਦਾ ਹੈ। ਜਿਨ੍ਹਾਂ ਦੇ ਕੋਲ ਹੈ ਸਤਨਾਮ ਸ੍ਰੀ ਵਾਹਿਗੁਰੂ, ਇਹ 9ਵਾਂ ਹਿੱਸਾ ਹੈ। ਢੂੰਡ ਕੇ ਦਾਸ ਕੋਸ਼ਿਸ਼ ਕਰ ਰਿਹਾ ਹੈ
ਗੁਰਬਾਣੀ ਸੰਗਤਾਂ ਤੱਕ ਪਹੁੰਚਾਉਣ ਦੀ ਹਉਮੈ ਸ਼ਬਦ ਦੀ ਸਟੱਡੀ ਕਰਨਾ। ਹਾਂ ਆਪਹੁ ਬੋਲ ਨਾ ਜਾਣਦਾ। ਹਾਂ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਏਕੋ ਹੋਵੈ। ਆ ਦੁਨੀਆ ਦਾ ਲਗਾਵ ਇਹ ਦੂਜਾ ਭਾਵ ਹੈ। ਨਿਰਗੁਣ ਨਾਲ ਜੁੜਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।